Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 177ਵੇਂ ਅੰਗ ਦੀ ਬਾਣੀ ਦੀ ਵਿਆਖਿਆ ਲੈ ਕੇ ਅਸੀਂ ਹਾਜ਼ਰ ਹਾਂ ਜੀ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਗੁਰ ਕਾ ਬਚਨ ਸਦਾ ਅਬਿਨਾਸੀ, ਗੁਰ ਕਾ ਬਚਨ ਕਟੀ ਜਮ ਫਾਸੀ, ਗੁਰ ਕਾ ਬਚਨ ਜੀ ਕੈ ਸੰਗ, ਗੁਰ ਕਾ ਬਚਨ ਰਚੈ ਰਾਮ ਕੈ ਰੰਗ। 177ਵੇਂ ਅੰਗ ਤੇ ਵਿਰਾਜਮਾਨ ਜੋ ਪਹਿਲਾ ਸ਼ਬਦ ਹੈ, ਇਸ ਦੇ ਵਿੱਚ ਗੁਰੂ ਦੇ ਬਚਨਾਂ ਦੀ, ਗੁਰੂ ਦੇ ਉਪਦੇਸ਼ਾਂ ਦੀ ਮਹੱਤਤਾ ਦੱਸੀ ਗਈ ਹੈ। ਗੁਰੂ ਦੇ ਉਪਦੇਸ਼ਾਂ ਦੀ ਸਿਫਤ ਸਲਾਹ ਕੀਤੀ ਗਈ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਗੁਰ ਕਾ ਬਚਨ ਸਦਾ ਅਬਿਨਾਸੀ। ਅਬਿਨਾਸੀ ਤੋਂ ਭਾਵ ਜੋ ਕਦੇ ਨਾਸ ਨਹੀਂ ਹੋ ਸਕਦਾ, ਜੋ ਕਦੇ ਖਤਮ ਨਹੀਂ ਹੋ ਸਕਦਾ, ਅਜਿਹਾ ਹੈ ਗੁਰੂ ਦਾ ਉਪਦੇਸ਼। ਜਦੋਂ ਮਨੁੱਖ ਗੁਰੂ ਦੇ ਉਪਦੇਸ਼ ਦੇ ਉੱਤੇ ਚੱਲਦਾ ਹੈ ਤਾਂ ਉਹਦੀ ਜਮ ਕੀ ਫਾਸੀ ਜੋ ਹੈ ਉਹ ਕੱਟੀ ਜਾਂਦੀ ਹੈ। ਆਤਮਕ ਮੌਤ ਦਾ ਜੋ ਡਰ ਹੈ ਉਹ ਖਤਮ ਹੋ ਜਾਂਦਾ ਹੈ। ਗੁਰ ਕਾ ਬਚਨ ਜੀ ਕੈ ਸੰਗ। ਗੁਰੂ ਦਾ ਉਪਦੇਸ਼ ਹਮੇਸ਼ਾ ਸਾਡੀ ਜਿੰਦ ਦੇ ਨਾਲ ਰਹਿੰਦਾ ਹੈ, ਸਾਡਾ ਸਹਾਰਾ ਬਣ ਕੇ। ਗੁਰ ਕਾ ਬਚਨ ਰਚੈ ਰਾਮ ਕੈ ਰੰਗ। ਗੁਰੂ ਦੇ ਉਪਦੇਸ਼ ਦੇ ਉੱਤੇ ਚੱਲ ਕੇ ਅਸੀਂ ਆਪਣੇ ਆਪ ਨੂੰ ਉਸ ਰਾਮ ਦੇ, ਉਸ ਪਰਮਾਤਮਾ ਦੇ ਰੰਗਾਂ ਦੇ ਵਿੱਚ ਰੰਗ ਸਕਦੇ ਹਾਂ। ਜੋ ਗੁਰ ਦੀਆ ਸੋ ਮਨ ਕੈ ਕਾਮ, ਸੰਤ ਕਾ ਕੀਆ ਸਤ ਕਰ ਮਾਨ ਰਹਾਉ। ਜੋ ਵੀ ਉਪਦੇਸ਼ ਗੁਰੂ ਦਿੰਦਾ ਹੈ ਉਹ ਸਾਡੇ ਮਨ ਦੇ ਬੜਾ ਕੰਮ ਆਉਂਦਾ ਹੈ। ਸਾਡੇ ਮਨ ਨੂੰ ਸਥਿਰ ਕਰਨ ਦੇ ਵਿੱਚ ਜੋ ਦੁਨਿਆਵੀ ਚੀਜ਼ਾਂ ਸਾਡੇ ਕੋਲ ਹਨ ਉਹ ਓਨੀਆਂ ਕੰਮ ਨਹੀਂ ਆਉਂਦੀਆਂ ਜਿੰਨਾ ਇੱਕ ਗੁਰੂ ਦਾ ਉਪਦੇਸ਼ ਕੰਮ ਆਉਂਦਾ ਹੈ। ਇਸ ਲਈ ਜੋ ਸੰਤ ਜਨ ਹਨ, ਗੁਰੂ ਜਨ ਹਨ, ਉਹਨਾਂ ਦਾ ਕਿਹਾ ਸਾਨੂੰ ਸੱਚ ਕਰਕੇ ਮੰਨਣਾ ਚਾਹੀਦਾ ਹੈ ਤੇ ਉਹਦੇ ਉੱਤੇ ਅਮਲ ਵੀ ਕਰਨਾ ਚਾਹੀਦਾ ਹੈ। ਗੁਰ ਕਾ ਬਚਨ ਅਟਲ ਅਛੇਦ। ਅਟਲ ਤੋਂ ਭਾਵ ਜਿਸ ਨੂੰ ਕਦੇ ਟਾਲਿਆ ਨਾ ਜਾ ਸਕੇ, ਜੋ ਇੱਕ ਅਟਲ ਸੱਚਾਈ ਹੁੰਦੀ ਹੈ। ਤੇ ਅਛੇਦ ਤੋਂ ਭਾਵ ਜੋ ਕਦੇ ਖਤਮ ਨਹੀਂ ਹੋ ਸਕਦਾ, ਨਾਸ਼ ਨਹੀਂ ਹੋ ਸਕਦਾ। ਗੁਰੂ ਜੀ ਕਹਿੰਦੇ ਹਨ ਕਿ ਜੋ ਗੁਰੂ ਦਾ ਉਪਦੇਸ਼ ਹੈ ਉਹ ਅਟਲ ਸੱਚਾਈ ਵੀ ਹੈ ਤੇ ਕਦੇ ਨਾਸ਼ ਨਹੀਂ ਹੋ ਸਕਦੀ। ਗੁਰ ਕਾ ਬਚਨ ਕਟੇ ਭਰਮ ਭੇਦ। ਗੁਰੂ ਦੇ ਉਪਦੇਸ਼ ਦੇ ਉੱਤੇ ਚੱਲ ਕੇ ਸਾਡੇ ਜੋ ਭਰਮ ਨੇ, ਸਾਡੀ ਜੋ ਭਟਕਣਾ ਹੈ ਉਹ ਦੂਰ ਹੋ ਜਾਂਦੀ ਹੈ। ਗੁਰ ਕਾ ਬਚਨ ਕਤੋ ਨਾ ਜਾਏ। ਜੋ ਗੁਰੂ ਦਾ ਬਚਨ ਹੈ ਉਹ ਕਦੇ ਵੀ ਵਿਅਰਥ ਨਹੀਂ ਜਾਂਦਾ। ਗੁਰ ਕਾ ਬਚਨ ਹਰ ਕੇ ਗੁਣ ਗਾਏ। ਇਸ ਲਈ ਗੁਰੂ ਦੇ ਉਪਦੇਸ਼ ਦੇ ਉੱਤੇ ਚੱਲ ਕੇ ਸਾਨੂੰ ਉਸ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ। ਗੁਰ ਕਾ ਬਚਨ ਜੀ ਕੈ ਸਾਥ, ਗੁਰ ਕਾ ਬਚਨ ਅਨਾਥ ਕੋ ਨਾਥ। ਗੁਰੂ ਦਾ ਉਪਦੇਸ਼ ਸਾਡੀ ਜਿੰਦ ਦੇ ਹਮੇਸ਼ਾ ਨਾਲ ਰਹਿੰਦਾ ਹੈ, ਬੇਸਹਾਰਿਆਂ ਦਾ ਸਹਾਰਾ ਬਣਦਾ ਹੈ। ਗੁਰ ਕਾ ਬਚਨ ਨਰਕ ਨਾ ਪਵੈ। ਜਿਸ ਮਨੁੱਖ ਨੇ ਗੁਰੂ ਦੇ ਬਚਨਾਂ ਦੇ ਉੱਤੇ ਅਮਲ ਕਰ ਲਿਆ ਉਹ ਨਰਕ ਦੇ ਵਿੱਚ ਨਹੀਂ ਪੈਂਦਾ। ਨਰਕ ਸਵਰਗ ਕੀ ਹੈ, ਇਹ ਸਾਡੇ ਮਨ ਦੀਆਂ ਹੀ ਸਥਿਤੀਆਂ ਨੇ। ਤਾਂ ਜਦੋਂ ਅਸੀਂ ਗੁਰੂ ਦੇ ਬਚਨਾਂ ਦੇ ਉੱਤੇ ਚੱਲਦੇ ਹਾਂ ਤਾਂ ਸਾਡਾ ਮਨ ਸਥਿਰਤਾ ਵੱਲ ਨੂੰ ਵਧਣ ਲੱਗਦਾ ਹੈ। ਜੋ ਨਰਕ ਵਰਗੀਆਂ ਸਥਿਤੀਆਂ ਸਾਡੇ ਮਨ ਦੇ ਵਿੱਚ ਪੈਦਾ ਹੋਣੀਆਂ ਹੁੰਦੀਆਂ ਨੇ ਉਹ ਹੋਣੋਂ ਹਟ ਜਾਂਦੀਆਂ ਨੇ। ਗੁਰ ਕਾ ਬਚਨ ਰਸਨਾ ਅੰਮ੍ਰਿਤ ਰਵੈ। ਗੁਰੂ ਦੇ ਉਪਦੇਸ਼ਾਂ ਦੇ ਉੱਤੇ ਚੱਲ ਕੇ, ਕਿਉਂਕਿ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, ਪਰਮਾਤਮਾ ਦਾ ਨਾਮ ਸਿਮਰਦਾ ਹੈ, ਇਸ ਲਈ ਮਨੁੱਖ ਦੀ ਜੋ ਜੀਵ ਹੈ, ਰਸਨਾ ਹੈ, ਉਹ ਸਦਾ ਉਸ ਪਰਮਾਤਮਾ ਦੇ ਨਾਮ ਅੰਮ੍ਰਿਤ ਦੇ ਵਿੱਚ ਰਵੀ ਰਹਿੰਦੀ ਹੈ, ਰਮ ਹੋਈ ਰਹਿੰਦੀ ਹੈ, ਤ੍ਰਿਪਤ ਹੋਈ ਰਹਿੰਦੀ ਹੈ। ਗੁਰ ਕਾ ਬਚਨ ਪ੍ਰਗਟ ਸੰਸਾਰ, ਗੁਰ ਕਾ ਬਚਨ ਨਾ ਆਵੈ ਹਾਰ। ਗੁਰੂ ਦਾ ਉਪਦੇਸ਼ ਸੰਸਾਰ ਭਰ ਦੇ ਵਿੱਚ ਪ੍ਰਸਿੱਧ ਹੈ। ਜਦੋਂ ਮਨੁੱਖ ਗੁਰੂ ਦੇ ਉਪਦੇਸ਼ ਦੇ ਉੱਤੇ ਚੱਲਦਾ ਹੈ ਤਾਂ ਉਹ ਜੀਵਨ ਬਾਜ਼ੀ ਕਦੇ ਵੀ ਨਹੀਂ ਹਾਰਦਾ। ਜੀਵਨ ਬਾਜ਼ੀ ਹਾਰਨ ਤੋਂ ਕੀ ਭਾਵ ਹੈ? ਜੋ ਸਾਡੇ ਮਨੁੱਖੀ ਜੀਵਨ ਦਾ ਉੱਤਮ ਮਨੋਰਥ ਹੈ ਉਹ ਹੈ ਉਸ ਪਰਮਾਤਮਾ ਦੀ ਭਗਤੀ ਕਰਨੀ, ਉਸ ਪਰਮਾਤਮਾ ਦੇ ਨਾਲ ਸਾਂਝ ਪਾਉਣੀ। ਅਸੀਂ ਆਪਣੀ ਸੋਚਣ ਸ਼ਕਤੀ ਨਾਲ
ਇਹ ਹਾਸਲ ਕਰ ਸਕਦੇ ਹਾਂ। ਸਾਡਾ ਮਨ, ਸਾਡਾ ਦਿਮਾਗ ਇਸ ਗੱਲ ਦੇ ਸਮਰੱਥ ਹੈ। ਜਿਸ ਪ੍ਰਕਾਰ ਕਿ ਅਸੀਂ ਕੱਲ੍ਹ ਹੀ ਗੱਲ ਕਰਦੇ ਪਏ ਸੀ ਕਿ ਜੋ ਮਨੁੱਖ ਹੈ ਉਹ ਬਾਕੀ ਦੇ ਜੀਵ ਜੰਤੂਆਂ ਨਾਲੋਂ ਬਹੁਤ ਵੱਖਰਾ ਹੈ ਇਸ ਮਾਮਲੇ ਦੇ ਵਿੱਚ ਕਿ ਉਹ ਸੋਚ ਸਕਦਾ ਹੈ। ਅਤੇ ਇਸੇ ਲਈ ਮਨੁੱਖੇ ਜੀਵਨ ਦਾ ਇੱਕ ਮਨੋਰਥ ਇਹ ਵੀ ਹੈ ਕਿ ਉਹ ਉਸ ਪਰਮਾਤਮਾ ਦੀ ਭਗਤੀ ਕਰੇ, ਉਹਦੇ ਨਾਲ ਸਾਂਝ ਕਾਇਮ ਕਰੇ। ਅਤੇ ਇਹ ਗੁਰੂ ਦੇ ਉਪਦੇਸ਼ਾਂ ਦੇ ਉੱਤੇ ਚੱਲ ਕੇ ਹੀ ਸੰਭਵ ਹੋ ਸਕਦਾ ਹੈ। ਅਸੀਂ ਆਪਣੇ ਆਪ ਤੋਂ ਉਸ ਪਰਮਾਤਮਾ ਦੀ ਭਗਤੀ ਕਰ ਸਕੀਏ ਥੋੜ੍ਹਾ ਮੁਸ਼ਕਿਲ ਹੈ। ਗੁਰੂ ਦੀਆਂ ਸਿੱਖਿਆਵਾਂ ਇਸ ਦੇ ਵਿੱਚ ਬਹੁਤ ਵੱਡੀ ਮਹੱਤਤਾ ਰੱਖਦੀਆਂ ਨੇ। ਹਾਲਾਂਕਿ ਗੁਰੂ ਦੀਆਂ ਸਿੱਖਿਆਵਾਂ ਤੋਂ ਵੀ ਉੱਪਰ ਉਸ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ। ਜਦ ਤੱਕ ਉਹਦੀ ਮਰਜ਼ੀ ਨਹੀਂ ਹੈ ਤਾਂ ਅਸੀਂ ਉਹਦਾ ਨਾਮ ਨਹੀਂ ਸਿਮਰ ਸਕਦੇ। ਜਦੋਂ ਉਹਦੀ ਮਿਹਰ ਸਾਡੇ ਤੇ ਹੋਏਗੀ ਅਸੀਂ ਤਾਂ ਹੀ ਉਹਦਾ ਨਾਮ ਸਿਮਰ ਸਕਦੇ ਹਾਂ। ਜਿਸ ਜਨ ਹੋਏ ਆਪ ਕਿਰਪਾਲ, ਨਾਨਕ ਸਤਿਗੁਰ ਸਦਾ ਦਇਆਲ। ਜਿਸ ਮਨੁੱਖ ਉੱਪਰ ਉਹ ਪਰਮਾਤਮਾ ਖੁਦ ਮਿਹਰਬਾਨ ਹੁੰਦਾ ਹੈ, ਉਸ ਉੱਪਰ ਉਸ ਪਰਮਾਤਮਾ ਦੀ ਤੇ ਗੁਰੂ ਦੀ ਦਇਆ ਦ੍ਰਿਸ਼ਟੀ ਹਮੇਸ਼ਾ ਬਣੀ ਰਹਿੰਦੀ ਹੈ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਜਿਨ ਕੀਤਾ ਮਾਟੀ ਤੇ ਰਤਨ, ਗਰਭ ਮਹਿ ਰਾਖਿਆ ਜਿਨ ਕਰ ਜਤਨ। ਜਿਨ ਦੀਨੀ ਸੋਭਾ ਵਡਿਆਈ, ਤਿਸ ਪ੍ਰਭ ਕੋ ਆਠ ਪਹਿਰ ਧਿਆਈ। ਇਹ ਜੋ ਸ਼ਬਦ ਹੈ ਇਸ ਦੇ ਵਿੱਚ ਉਸ ਪਰਮਾਤਮਾ ਦਾ ਗੁਣਗਾਨ ਕੀਤਾ ਗਿਆ ਹੈ। ਗੁਰੂ ਜੀ ਉਸ ਪਰਮਾਤਮਾ ਦੇ ਪ੍ਰਤੀ ਧੰਨਵਾਦੀ ਹੋਏ ਨਜ਼ਰ ਆਉਂਦੇ ਹਨ। ਲਿਖਦੇ ਹਨ ਕਿ ਜਿਨ ਕੀਤਾ ਮਾਟੀ ਤੇ ਰਤਨ, ਕਿ ਜਿਸ ਪਰਮਾਤਮਾ ਨੇ ਮਿੱਟੀ ਤੋਂ ਇਹ ਸਰੀਰ ਰੂਪੀ ਪੁਤਲਾ ਬਣਾ ਕੇ ਇਸ ਨੂੰ ਮਿੱਟੀ ਤੋਂ ਰਤਨ ਬਣਾ ਦਿੱਤਾ ਹੈ। ਜਿਸ ਪਰਮਾਤਮਾ ਨੇ ਗਰਭ ਦੇ ਵਿੱਚ ਮੇਰੀ ਰੱਖਿਆ ਕੀਤੀ ਹੈ, ਜਿਸ ਨੇ ਮੈਨੂੰ ਇਸ ਦੁਨੀਆ ਦੇ ਵਿੱਚ ਸ਼ੋਭਾ ਤੇ ਵਡਿਆਈ ਬਖਸ਼ੀ ਹੈ, ਤਿਸ ਪ੍ਰਭ ਕੋ ਆਠ ਪਹਿਰ ਧਿਆਈ। ਮੈਂ ਉਸ ਪਰਮਾਤਮਾ ਨੂੰ ਅੱਠੇ ਪਹਿਰ ਧਿਆਉਂਦਾ ਹਾਂ, ਉਹਦਾ ਨਾਮ ਅੱਠੇ ਪਹਿਰ ਸਿਮਰਦਾ ਹਾਂ। ਰਮਈਆ ਰੇਨ ਸਾਧ ਜਨ ਪਾਵੋ, ਗੁਰਮਿਲ ਆਪਣਾ ਖਸਮ ਧਿਆਵੋ ਰਹਾਉ। ਹੇ ਸੋਹਣੇ ਰਾਮ, ਕਿਰਪਾ ਕਰ ਕਿ ਮੈਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਵਾਂ ਤੇ ਗੁਰੂ ਨਾਲ ਮਿਲ ਕੇ ਆਪਣੇ ਖਸਮ ਪਰਮਾਤਮਾ ਨੂੰ ਸਦਾ ਸਿਮਰਦਾ ਰਹਾਂ। ਜਿਨ ਕੀਤਾ ਮੂੜ ਤੇ ਬਖਤਾ, ਜਿਨ ਕੀਤਾ ਬੇਸੁਰਤ ਤੇ ਸੁਰਤਾ। ਮੂੜ ਤੋਂ ਭਾਵ ਅਣਜਾਣ ਤੇ ਬਖਤਾ ਤੋਂ ਭਾਵ ਸੋਹਣੀ ਬੋਲ ਚਾਲ ਵਾਲਾ, ਕਿ ਜਿਸ ਪਰਮਾਤਮਾ ਨੇ ਮੈਨੂੰ ਅਣਜਾਣ ਤੋਂ ਸੋਹਣੀ ਬੋਲ ਚਾਲ ਵਾਲਾ ਬਣਾਇਆ ਹੈ, ਜਿਸ ਪਰਮਾਤਮਾ ਨੇ ਮੈਨੂੰ ਬੇਸਮਝ ਨੂੰ ਸਮਝ ਦਿੱਤੀ ਹੈ, ਬੇਸੁਰਤੇ ਨੂੰ ਸੁਰਤ ਦਿੱਤੀ ਹੈ। ਜਿਸ ਪ੍ਰਸਾਦ ਨਵਾ ਨਿਧ ਪਾਈ, ਜਿਸ ਪਰਮਾਤਮਾ ਦੀ ਮਿਹਰ ਦੇ ਨਾਲ ਮੈਂ ਇਸ ਧਰਤੀ ਦੇ 9 ਖਜ਼ਾਨੇ ਹਾਸਲ ਕਰ ਰਿਹਾ ਹਾਂ, ਸੋ ਪ੍ਰਭ ਮਨ ਤੇ ਵਿਸਰਤ ਨਾਹੀਂ। ਉਹ ਪਰਮਾਤਮਾ ਮੇਰੇ ਮਨ ਤੋਂ ਕਦੇ ਵੀ ਵਿਸਰਦਾ ਨਹੀਂ ਹੈ। ਜਿਨ ਦੀਆ ਨਿਥਾਵੇ ਕੋ ਥਾਨ, ਜਿਸ ਪਰਮਾਤਮਾ ਨੇ ਮੈਨੂੰ ਨਿਥਾਵੇ ਨੂੰ ਥਾਂ ਦਿੱਤੀ ਹੈ, ਮੈਨੂੰ ਬੇਘਰ ਨੂੰ ਬੇਆਸਰੇ ਨੂੰ ਆਸਰਾ ਦਿੱਤਾ ਹੈ। ਜਿਨ ਦੀਆ ਨਿਮਾਣੇ ਕੋ ਮਾਨ, ਜਿਸ ਪਰਮਾਤਮਾ ਨੇ ਇਸ ਨਿਮਾਣੇ ਨੂੰ ਮਾਣ ਬਖਸ਼ਿਆ ਹੈ। ਜਿਨ ਕੀਨੀ ਸਭ ਪੂਰਨ ਆਸਾ, ਸਿਮਰੋ ਦਿਨ ਰੈਨ ਸਾਸ ਗਿਰਾਸਾ। ਜਿਸ ਪਰਮਾਤਮਾ ਨੇ ਇਸ ਦਾਸ ਦੀ ਹਰ ਆਸ ਪੂਰੀ ਕੀਤੀ ਹੈ, ਉਸ ਨੂੰ ਇਹ ਦਾਸ ਦਿਨ ਰਾਤ ਹਰ ਸਾਹ ਨਾਲ, ਹਰ ਗਿਰਾਹੀ ਦੇ ਨਾਲ ਸਿਮਰਦਾ ਹੈ। ਜਿਸ ਪ੍ਰਸਾਦ ਮਾਇਆ ਸਿਲਕ ਕਾਟੀ, ਸਿਲਕ ਤੋਂ ਭਾਵ ਫਾਹੀ। ਜਿਸ ਪਰਮਾਤਮਾ ਦੀ ਮਿਹਰ ਦੇ ਨਾਲ ਮੇਰੀ ਮਾਇਕ ਪਦਾਰਥਾਂ ਦੀ ਜੋ ਫਾਹੀ ਸੀ ਉਹ ਕੱਟੀ ਗਈ। ਗੁਰ ਪ੍ਰਸਾਦ ਅੰਮ੍ਰਿਤ ਵਿਖ ਖਾਟੀ, ਗੁਰੂ ਦੀ ਮਿਹਰ ਦੇ ਨਾਲ ਉਹ ਮਾਇਆ ਜੋ ਮੈਨੂੰ ਕਦੇ ਅੰਮ੍ਰਿਤ ਲੱਗਦੀ ਸੀ, ਅੱਜ ਜ਼ਹਿਰ ਲੱਗਦੀ ਹੈ। ਕਹੋ ਨਾਨਕ ਇਸ ਤੇ ਕਿਛ ਨਾਹੀ, ਰਾਖਣ ਹਾਰੇ ਕਉ ਸਲਾਹੀ। ਹੇ ਨਾਨਕ, ਇਹ ਆਖ ਕਿ ਉਸ ਰਾਖਣ ਹਾਰੇ ਪਰਮਾਤਮਾ ਨੂੰ ਸਲਾਹੁਣਾ ਚਾਹੀਦਾ ਹੈ, ਕਿਉਂਕਿ ਜੋ ਮਨੁੱਖ ਹੈ ਉਹਦੇ ਹੱਥ ਵੱਸ ਕੁਛ ਨਹੀਂ ਹੈ। ਜੋ ਕੁਝ ਵੀ ਕਰਦਾ ਹੈ ਉਹ ਪਰਮਾਤਮਾ ਆਪ ਹੀ ਕਰਦਾ ਹੈ। ਇਸ ਸ਼ਬਦ ਤੋਂ ਸਾਨੂੰ ਇੱਕ ਚੀਜ਼ ਸਿੱਖਣੀ ਚਾਹੀਦੀ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਝਾਤੀ ਮਾਰੀਏ ਤੇ ਜੋ ਵੀ ਛੋਟੀਆਂ ਤੋਂ ਛੋਟੀਆਂ, ਵੱਡੀਆਂ ਤੋਂ ਵੱਡੀਆਂ ਨਿਆਮਤਾਂ ਸਾਡੇ ਕੋਲ ਹਨ,
ਉਹਨਾਂ ਦੇ ਲਈ ਉਸ ਪਰਮਾਤਮਾ ਦੇ ਸਦਾ ਧੰਨਵਾਦੀ ਰਹੀਏ। ਕਦੇ ਕੋਈ ਆਸ ਪੂਰੀ ਨਾ ਹੋਈ ਹੋਵੇ ਤਾਂ ਉਸ ਨੂੰ ਲੈ ਕੇ ਉਸ ਪਰਮਾਤਮਾ ਅੱਗੇ ਸ਼ਿਕਾਇਤ ਕਰਨ ਦੀ ਬਜਾਏ ਜੋ ਪੂਰੀਆਂ ਹੋ ਗਈਆਂ ਹਨ, ਜੋ ਨਿਆਮਤਾਂ ਸਾਡੇ ਕੋਲ ਹਨ, ਉਹਨਾਂ ਦੇ ਲਈ ਧੰਨਵਾਦੀ ਹੋਣਾ ਚਾਹੀਦਾ ਹੈ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਤਿਸ ਕੀ ਸਰਨ ਨਾਹੀ ਭਉ ਸੋਗ, ਉਸ ਤੇ ਬਾਹਰ ਕਛੂ ਨਾ ਹੋਗ। ਉਸ ਪਰਮਾਤਮਾ ਦੀ ਸ਼ਰਨ ਪਿਆ ਕੋਈ ਵੀ ਡਰ, ਕੋਈ ਵੀ ਚਿੰਤਾ ਸਾਨੂੰ ਪੋਹ ਨਹੀਂ ਸਕਦੀ, ਕਿਉਂਕਿ ਡਰ ਤੇ ਚਿੰਤਾਵਾਂ ਉਸ ਪਰਮਾਤਮਾ ਤੋਂ ਬਾਹਰ ਨਹੀਂ ਹਨ। ਤਜੀ ਸਿਆਣਪ ਬਲ ਬੁੱਧ ਵਿਕਾਰ, ਦਾਸ ਆਪਣੇ ਕੀ ਰਾਖਣਹਾਰ। ਉਹ ਪਰਮਾਤਮਾ ਆਪਣੇ ਦਾਸਾਂ ਦੀ ਇੱਜ਼ਤ ਰੱਖਣ ਦੇ ਸਮਰੱਥ ਹੈ। ਉਹਦੀ ਮਿਹਰ ਦੇ ਨਾਲ ਗੁਰੂ ਜੀ ਲਿਖਦੇ ਹਨ ਕਿ ਮੇਰੀ ਸਿਆਣਪ, ਜੋ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਿਆਣਾ ਸਮਝਦਾ ਸਾਂ, ਮੈਂ ਆਪਣੇ ਆਪ ਨੂੰ ਬਹੁਤ ਬਲਵਾਨ ਸਮਝਦਾ ਸਾਂ, ਬਹੁਤ ਬੁੱਧੀ ਵਾਲਾ ਸਮਝਦਾ ਸਾਂ, ਅਤੇ ਬਹੁਤ ਸਾਰੇ ਵਿਕਾਰ ਮੇਰੇ ਅੰਦਰ ਭਰੇ ਹੋਏ ਸਨ, ਇਹ ਸਾਰੀਆਂ ਹੀ ਚੀਜ਼ਾਂ ਮੇਰੇ ਅੰਦਰੋਂ ਤਜ ਗਈਆਂ ਹਨ, ਖਤਮ ਹੋ ਗਈਆਂ ਹਨ। ਅਤੇ ਕੀਤੀਆਂ ਕਿਹਨੇ ਹਨ? ਉਸ ਪਰਮਾਤਮਾ ਨੇ। ਜਪ ਮਨ ਮੇਰੇ ਰਾਮ ਰਾਮ ਰੰਗ, ਘਰ ਬਾਹਰ ਤੇਰਾ ਸਦ ਸੰਗ ਰਹਾਓ। ਹੇ ਮੇਰੇ ਮਨ, ਪ੍ਰੇਮ ਦੇ ਨਾਲ ਉਸ ਰਾਮ ਦਾ ਨਾਮ ਜਪ। ਉਹ ਨਾਮ ਤੇਰੇ ਘਰ ਵਿੱਚ ਵੀ ਤੇ ਬਾਹਰ ਵੀ ਹਰ ਥਾਂ ਤੇਰੇ ਸੰਗ ਹੈ, ਕਦੇ ਵੀ ਤੇਰਾ ਸਾਥ ਨਹੀਂ ਛੱਡਦਾ। ਤਿਸ ਕੀ ਟੇਕ ਮਨੈ ਮਹਿ ਰਾਖ, ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ। ਉਸ ਪਰਮਾਤਮਾ ਦਾ ਆਸਰਾ ਆਪਣੇ ਮਨ ਦੇ ਵਿੱਚ ਵਸਾ ਕੇ ਰੱਖ। ਗੁਰੂ ਦੇ ਸ਼ਬਦਾਂ ਦੇ ਵਿੱਚ ਜੁੜ ਕੇ ਉਸ ਪਰਮਾਤਮਾ ਦੇ ਨਾਮ ਅੰਮ੍ਰਿਤ ਦਾ ਰਸ ਚੱਖ। ਅਵਰ ਜਤਨ ਕਹੋ ਕੌਣ ਕਾਜ, ਕਰ ਕਿਰਪਾ ਰਾਖੈ ਆਪ ਲਾਜ। ਉਹ ਪਰਮਾਤਮਾ ਕਿਰਪਾ ਕਰਕੇ ਆਪ ਤੇਰੀ ਲਾਜ ਰੱਖੇਗਾ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਜੋ ਅਵਰ ਯਤਨ ਹਨ, ਹੋਰ ਜ਼ਿਆਦਾ ਯਤਨ ਜਿਹੜੇ ਤੂੰ ਕਰਦਾ ਪਿਆ ਹੈ, ਮੈਨੂੰ ਇਹ ਦੱਸ ਕਿ ਉਹ ਕਿਹੜੇ ਕੰਮ ਆਉਣੇ ਹਨ। ਕਿਆ ਮਾਨੁਖ ਕਹੋ ਕਿਆ ਜ਼ੋਰ। ਕਹਿੰਦੇ ਦੱਸ ਕਿ ਇਹ ਜੋ ਮਨੁੱਖ ਹੈ, ਉਸ ਪਰਮਾਤਮਾ ਦੇ ਅੱਗੇ ਕੀ ਸ਼ੈ ਹੈ ਤੇ ਕੀ ਇਸ ਮਨੁੱਖ ਦਾ ਜ਼ੋਰ ਚੱਲਦਾ ਹੈ। ਝੂਠਾ ਮਾਇਆ ਕਾ ਸਭ ਸ਼ੋਰ। ਜੋ ਮਾਇਆ ਦਾ ਪਸਾਰਾ, ਮਾਇਆ ਦਾ ਸ਼ੋਰ ਸਾਡੇ ਆਸ-ਪਾਸ ਫੈਲਿਆ ਹੋਇਆ ਹੈ, ਇਹ ਸਭ ਝੂਠ ਹੈ, ਕੁਝ ਕੁ ਦਿਨਾਂ ਦੀ ਚਕਾਚੌਂਧ ਹੈ। ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰਜਾਮੀ। ਸਭ ਕੁਝ ਕਰਨ ਕਰਾਉਣ ਦੀ ਸਮਰੱਥਾ ਉਸ ਪਰਮਾਤਮਾ ਦੇ ਹੱਥਾਂ ਦੇ ਵਿੱਚ ਹੈ। ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਅੰਤਰਜਾਮੀ ਹੈ ਉਹ ਪਰਮਾਤਮਾ। ਸਗਲ ਘਟਾ ਕੇ ਭਾਵ ਸਾਰਿਆਂ ਦੇ ਦਿਲਾਂ ਦੀ। ਸਰਬ ਸੁੱਖਾ ਸੁਖ ਸਾਚਾ ਇਹੋ, ਗੁਰ ਉਪਦੇਸ਼ ਮਨੈ ਮਹਿ ਲੇਹੋ। ਸਾਰਿਆਂ ਸੁੱਖਾਂ ਤੋਂ ਸੱਚਾ ਸੁੱਖ ਇਹ ਹੈ ਕਿ ਤੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਦੇ ਅੰਦਰ ਵਸਾ ਲਵੇਂ। ਜਾਕੋ ਰਾਮ ਨਾਮ ਲਿਵ ਲਾਗੀ, ਕਹੋ ਨਾਨਕ ਸੋ ਧਨ ਵਡਭਾਗੀ। ਜਿਸ ਮਨੁੱਖ ਦੀ ਉਸ ਪਰਮਾਤਮਾ ਦੇ ਨਾਲ, ਉਸ ਰਾਮ ਦੇ ਨਾਲ ਲਿਵ ਲੱਗ ਜਾਂਦੀ ਹੈ, ਹੇ ਨਾਨਕ ਇਹ ਆਖ ਕਿ ਉਹ ਬਹੁਤ ਵਡਭਾਗੀ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 177ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੇ ਅੰਗ ਦੀ ਬਾਣੀ ਦੇ ਵਿੱਚ ਅਸੀਂ ਗੁਰੂ ਦੇ ਉਪਦੇਸ਼ਾਂ ਦੀ ਮਹੱਤਤਾ ਬਾਰੇ ਜਾਣਿਆ ਤੇ ਇੱਕ ਸਿੱਖ ਸਿੱਖੀ ਕਿ ਸਾਨੂੰ ਹਮੇਸ਼ਾ ਉਸ ਪਰਮਾਤਮਾ ਦੇ ਧੰਨਵਾਦੀ ਹੋਣਾ ਚਾਹੀਦਾ ਹੈ, ਜੋ ਸਦਾ ਸਾਡੀ ਇੱਜ਼ਤ ਰੱਖਣ ਦੇ ਸਮਰੱਥ ਹੈ, ਜਿਸ ਤੋਂ ਕਿ ਕੁਝ ਵੀ ਬਾਹਰ ਨਹੀਂ ਹੈ, ਸਾਡੇ ਦਿਲਾਂ ਦੀਆਂ ਸਭ ਜਾਣਦਾ ਹੈ ਉਹ ਪਰਮਾਤਮਾ। ਸਾਡਾ ਜੋ ਮਨ ਹੈ ਬਹੁਤ ਪ੍ਰਕਾਰ ਦੀਆਂ ਇੱਛਾਵਾਂ ਰੱਖਦਾ ਹੈ ਤੇ ਉਹ ਸਾਰੀਆਂ ਪੂਰੀਆਂ ਨਹੀਂ ਵੀ ਹੋ ਸਕਦੀਆਂ, ਪਰ ਜਿੰਨੀਆਂ ਕੁ ਪੂਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਅਸੀਂ ਸਦਾ ਉਸ ਪਰਮਾਤਮਾ ਦੇ ਧੰਨਵਾਦੀ ਹੋਈਏ। ਇਹੀ ਸੰਦੇਸ਼ ਅਸੀਂ ਅੱਜ ਦੀ ਬਾਣੀ ਦੇ ਵਿੱਚੋਂ ਲੈਣਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀਆਂ ਸਿੱਖਿਆਵਾਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਉਤਾਰਨ ਦੀ ਪੂਰੀ ਕੋਸ਼ਿਸ਼ ਕਰੋਗੇ। ਇਸੇ ਸੰਦੇਸ਼ ਦੇ ਨਾਲ ਹੀ ਫਤਿਹ ਕਬੂਲ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।